ਇਹਦੇ ਤੇ ਸਰਕਾਰ ਵੀ ਚੁੱਪ ਹੈ, ਕੌਮੀ ਮੀਡੀਆ ਵੀ ਚੁੱਪ ਹੈ। ਇਸ ਚੁੱਪੀ ਤੇ ਕੀ ਕਹੋਗੇ ਤੁਸੀਂ? ਸਾਡੀ ਅਣਖ ਮਰ ਗਈ। ਜੇ ਪੁਰਾਣੇ ਸਮਿਆਂ ਵਿੱਚ ਵੀ ਝਾਤ ਮਾਰੀਏ ਤੇ ਔਰਤ ਦੀ ਪੱਤ ਤਾਂ ਕੋਈ ਮਾਇਨੇ ਨਹੀਂ ਸੀ ਰੱਖਦੀ। ਤੇ ਉਸੇ ਤਰ੍ਹਾਂ ਦੀ ਅੱਗ ਏ ਜੋ ਜੰਗਲ ਦੇ ਇੱਕ ਸਿਰੇ ਤੋਂ ਲੱਗਦੀ ਹੈ ਤੇ ਦੂਜਾ ਪਾਸਾ ਬੈਠਾ ਕਹਿੰਦਾ ਮੈਂ ਸੁਰੱਖਿਅਤ ਹਾਂ। ਜਿਸ ਤਰੀਕੇ ਸਮੂਹਕ ਬਲਾਤਕਾਰ ਤੋਂ ਬਾਅਦ ਕੇਸ ਕੱਟੇ ਜਾਣੇ, ਮੂੰਹ ਕਾਲਾ ਕਰਨਾ, ਉਹ ਅਸਲ 'ਚ ਅਸੀਂ ਆਪਣੀ ਆਪ ਦਾ ਆਪਣਾ ਹੀ ਮੂੰਹ ਕਾਲਾ ਕੀਤਾ ਸੀ। ਕਿਸੇ ਭੈਣ ਦੇ ਨਾਲ ਬਲਾਤਕਾਰ ਹੋਵੇ ਅਸੀਂ ਕਦੇ ਨਹੀਂ ਚਾਹੁੰਦੇ, ਪਰ ਜੇ ਇਹੀ ਘਟਨਾ ਇੱਕ ਵੱਡੀ ਕਮਿਊਨਿਟੀ ਦੇ ਨਾਲ ਵਾਪਰੀ ਹੁੰਦੀ ਤਾਂ ਕੀ ਦੇਖਦੇ ਹੋ ਤੁਸੀਂ? ਇਸੇ ਤਰ੍ਹਾਂ ਦਾ ਮਾਹੌਲ ਹੁੰਦਾ, ਇਹੀ ਚੁੱਪੀ ਹੁੰਦੀ? ਮੈਂ ਆਵਾਜ਼ ਚੁੱਕਣਾ ਚਾਹੁੰਦੀ ਹਾਂ ਆਪਣੀ ਹੀ ਜ਼ਾਤ ਤੇ ਕਿ ਅਸੀਂ ਕਿਹੋ ਜਿਹੇ ਪੁੱਤਰ ਜੰਮਣੇ ਸ਼ੁਰੂ ਕੀਤੇ, ਕਿਹੋ ਜਿਹੇ ਅਸੀਂ ਮਲੰਗ ਪੈਦਾ ਕਰਨ ਲੱਗ ਗਏ ਹਾਂ ਜੋ ਕਿ ਰਾਜੇ ਮਹਾਰਾਜੇ ਨਹੀਂ ਰਹੇ। ਸਾਰੀਆਂ ਬੀਬੀਆਂ ਮੈਨੂੰ ਲੱਗਦਾ ਕਿ ਚੁੱਲ੍ਹਾ ਚੌਂਕਾ ਛੱਡ ਕੇ ਪੂਰੀ ਦੁਨੀਆ ਦੀਆਂ ਜਾਂ ਪੂਰੇ ਸਾਡੇ ਮੁਲਕ ਦੀਆਂ ਹੀ ਬਹਿ ਜਾਣ ਧਰਨੇ ਦੇ ਉੱਤੇ। ਅੱਧੀ ਆਬਾਦੀ ਆ, ਕਿਉਂ ਆਪਣੇ ਆਪ ਨੂੰ ਅਸੀਂ ਛੋਟਾ ਗਿਣਦੇ ਹਾਂ? ਗਿਣਤੀ ਬਹੁਤ ਭਾਰੀ ਹੈ। ਖਾਲਸ ਟੀਵੀ ਦੇ ਰਾਹੀਂ ਹੀ ਭਾਵੇਂ ਇਹ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਪਰ ਆਪਣੇ ਜਿਉਂਦੇ ਹੋਣ ਦਾ ਸਬੂਤ ਦਈਏ ਕਿ ਇਹ ਸਾਡੀ ਮਾਂ ਦੀ ਜ਼ਾਤ ਵਾਲੀ ਨਾਲ ਜੋ ਇਹ ਜ਼ੁਲਮ ਹੋਇਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਦਿੱਲੀ ਦੇ ਵਿੱਚ ਜੋ ਹੌਲਨਾਕ ਕਾਂਡ ਵਾਪਰਿਆ ਹੈ, ਇੱਕ ਧੀ ਦੇ ਨਾਲ ਮਹਿਜ਼ 20 ਸਾਲ ਦੀ ਉਮਰ ਅਤੇ ਕਿਸ ਤਰੀਕੇ ਦੀ ਦਰਿੰਦਗੀ ਵਰਤੀ ਗਈ ਹੈ, ਸਮੂਹਿਕ ਬਲਾਤਕਾਰ ਵੀ ਕੀਤਾ ਗਿਆ। ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਉਸ ਦੀ ਬੇਪਤੀ ਕੀਤੀ ਗਈ ਹੈ, ਉਸ ਦੇ ਕੇਸ ਕਤਲ ਕੀਤੇ ਗਏ ਨੇ। ਇੱਕ ਸਿੱਖ ਹੋਣ ਦੇ ਨਾਤੇ ਕੇਸ ਕਤਲ ਕਰਨਾ ਇੱਕ ਵੱਡਾ ਗੁਨਾਹ ਹੁੰਦਾ ਹੈ। ਸਭ ਤੋਂ ਵੱਡਾ ਸਵਾਲ ਇੱਥੇ ਉੱਠਦਾ ਹੈ ਕਿ ਨਿਰਭਇਆ ਕਾਂਡ ਵੀ ਦਿੱਲੀ ਵਿੱਚ ਵਾਪਰਿਆ ਸੀ। ਇਹ ਕਾਂਡ ਕੀ ਉਸ ਤੋਂ ਘੱਟ ਸੀ ਕਿ ਲੋਕ ਨਹੀਂ ਬੋਲੇ? ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ, ਅੱਜ ਅਸੀਂ ਉਹਨਾਂ ਦੇ ਨਾਲ ਗੱਲ ਕਰਾਂਗੇ ਜਿਹੜੇ ਕਿ ਖਾਸ ਕਰਕੇ ਬੀਬੀਆਂ ਦੇ ਮੁੱਦਿਆਂ ਤੇ ਸਮਾਜਿਕ ਮੁੱਦਿਆਂ ਦੇ ਉੱਤੇ ਆਪਣੀ ਆਵਾਜ਼ ਬੁਲੰਦ ਕਰਦੇ ਰਹਿੰਦੇ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦਾ ਖਾਲਸ ਟੀਵੀ ਤੇ। ਬਹੁਤ ਸ਼ੁਕਰੀਆ ਜੀ। ਤੇ ਤੁਹਾਡਾ ਜਿਸ ਤਰੀਕੇ ਦਾ ਆਵਾਜ਼ ਬੁਲੰਦ ਕਰਨ ਦਾ ਢੰਗ ਹੈ, ਤੁਹਾਨੂੰ ਸਲਾਮ ਹੈ। ਡਾਕਟਰ ਸਾਹਿਬ, ਬਹੁਤ ਹੀ ਪਰੇਸ਼ਾਨ ਕਰਨ ਵਾਲਾ ਇਹ ਕਾਂਡ ਵਾਪਰਿਆ। ਤਸਵੀਰਾਂ ਆਪਾਂ ਦੇਖਦੇ ਹਾਂ, ਅਸੀਂ ਬੋਲ ਕੇ ਉਹਨਾਂ ਨੂੰ ਲਫ਼ਜ਼ਾਂ ਵਿੱਚ ਬਿਆਨ ਕਰਕੇ ਲੋਕਾਂ ਨੂੰ ਦਿਖਾ ਵੀ ਨਹੀਂ ਸਕਦੇ, ਕਿਉਂਕਿ ਇੱਕ ਧੀ ਦੀ ਇੱਜ਼ਤ ਦਾ ਵੀ ਸਵਾਲ ਹੁੰਦਾ। ਉਹ ਸ਼ਬਦ ਅਸੀਂ ਵਰਤ ਨਹੀਂ ਸਕਦੇ, ਪਰ ਵੀਡੀਓ ਸਭ ਨੇ ਦੇਖੀਆਂ ਨੇ। ਇਹਦੇ ਤੇ ਸਰਕਾਰ ਵੀ ਚੁੱਪ ਹੈ, ਕੌਮੀ ਮੀਡੀਆ ਵੀ ਚੁੱਪ ਹੈ। ਇਸ ਚੁੱਪੀ ਤੇ ਕੀ ਕਹੋਗੇ ਤੁਸੀਂ? ਸਾਡੀ ਅਣਖ ਮਰ ਗਈ ਹੈ। ਦਰਅਸਲ ਜੇ ਪੁਰਾਣੇ ਸਮਿਆਂ ਵਿੱਚ ਵੀ ਝਾਤ ਮਾਰੀਏ ਤੇ ਔਰਤ ਦੀ ਪੱਤ ਤਾਂ ਕੋਈ ਮਾਇਨੇ ਨਹੀਂ ਸੀ ਰੱਖਦੀ। ਔਰਤ ਨੂੰ ਤਾਂ ਸਿਰਫ ਪਰਦੇ ਪਿੱਛੇ ਲੰਘਾਉਣ ਲਈ ਜ਼ਿੰਦਗੀ ਛੱਡ ਦਿੱਤਾ ਜਾਂਦਾ ਸੀ, ਪੈਰ ਦੀ ਜੁੱਤੀ ਸਮਾਨ। ਤੇ ਉਦੋਂ ਭਾਵੇਂ ਉਹ ਹਿੰਦੂ ਸਨ ਭਾਵੇਂ ਮੁਸਲਮਾਨ ਸਨ, ਉਹਨਾਂ ਔਰਤਾਂ ਵਿੱਚ ਰੂਹ ਫੂਕਣ ਲਈ ਇੱਕ ਆਵਾਜ਼ ਉੱਠੀ ਸੀ। ਉਸ ਆਵਾਜ਼ ਨੇ ਔਰਤਾਂ ਨੂੰ ਬਹੁਤ ਉਤਾਂਹ ਚੁੱਕ ਕੇ ਰੱਖਿਆ, ਜਿਸ ਸਦਕਾ ਔਰਤਾਂ ਨਾ ਸਿਰਫ ਸਰੀਰਕ ਪੱਖੋਂ ਬਲਕਿ ਮਾਨਸਿਕ ਪੱਖੋਂ ਤਗੜੀਆਂ ਹੋ ਨਿਤਰੀਆਂ ਸੀ ਤੇ ਵੱਡੀ ਗਿਣਤੀ ਆਪਣੀ ਮਰਜ਼ੀ ਨਾਲ ਇਸ ਆਵਾਜ਼ ਨਾਲ ਜੁੜੀਆਂ ਸੀ ਕਿ ਇੱਥੇ ਸਾਨੂੰ ਖੁੱਲ੍ਹੇ, ਸਾਨੂੰ ਆਜ਼ਾਦੀ ਹੈ, ਸਾਨੂੰ ਇਨਸਾਨ ਹੋਣ ਦਾ ਹੱਕ ਮਿਲਿਆ ਹੈ। ਸੋ ਉਦੋਂ ਪਰ ਇਸ ਕੇਸ ਦੇ ਵਿੱਚ ਡਾਕਟਰ ਸਾਹਿਬ ਕੁੜੀਆਂ ਨੇ ਵੀ ਨਹੀਂ ਆਵਾਜ਼ ਚੁੱਕੀ। ਬਿਲਕੁਲ, ਮੈਂ ਉੱਥੇ ਹੀ ਆ ਰਹੀ ਹਾਂ। ਪਰ ਉਹ ਸ਼ੁਰੂ ਹੋਈ ਆਵਾਜ਼ ਕਿਸ ਤਰੀਕੇ ਨਿਗਾਰ ਵਿੱਚ ਗਈ ਹੈ ਕਿ ਅੱਜ ਦੇ ਦਿਨ ਔਰਤਾਂ ਵਾਪਸ ਉਸੇ ਹੀ ਤਰ੍ਹਾਂ ਸੈਕੰਡ ਰੇਟ ਸਿਟੀਜ਼ਨ ਬਣ ਚੁੱਕੀਆਂ ਨੇ। ਉਹਨਾਂ ਦੀ ਪੱਤ ਕੋਈ ਮਾਇਨੇ ਹੀ ਨਹੀਂ ਰੱਖਦੀ, ਉਹਨਾਂ ਦੀ ਇੱਜ਼ਤ ਕਿਸੇ ਲੇਖੇ ਨਹੀਂ, ਕਿਸੇ ਦਾ ਕੋਈ ਏਜੰਡਾ ਨਹੀਂ, ਬਲਕਿ ਉਹਨੂੰ ਸਿਰਫ ਰਫਾ ਦਫਾ ਕਰਨ ਦਾ ਜੋ ਢੰਗ ਵਰਤਿਆ ਗਿਆ ਨਾ, ਇਹ ਉਸੇ ਤਰ੍ਹਾਂ ਦੀ ਅੱਗ ਹੈ ਜੋ ਜੰਗਲ ਦੇ ਇੱਕ ਸਿਰੇ ਤੋਂ ਲੱਗਦੀ ਹੈ ਤੇ ਦੂਜਾ ਪਾਸਾ ਬੈਠਾ ਕਹਿੰਦਾ ਮੈਂ ਸੁਰੱਖਿਅਤ ਹਾਂ। ਦਰਅਸਲ ਇਹ ਹੌਲੀ ਹੌਲੀ ਸੇਕ ਉਹਦੇ ਘਰ ਤੱਕ ਆਉਣਾ ਹੈ। ਜਦੋਂ ਆਵਾਜ਼ ਨਾ ਚੁੱਕੀਏ ਅਸੀਂ ਤਾਂ ਆਪ ਉਹਦੇ ਵਿੱਚ ਰਗੜੇ ਹੀ ਜਾਣਾ। ਬਿਲਕੁਲ ਇਹੋ ਕੁਝ ਇੱਕ ਧੀ ਸਿਰਫ ਇਸ ਕਾਰਨ ਕਿ ਉਹ ਇੱਕ ਸਿੱਖ ਧਰਮ ਦੇ ਨਾਲ ਸੰਬੰਧਿਤ ਹੈ, ਜਿਸ ਤਰੀਕੇ ਸਮੂਹਕ ਬਲਾਤਕਾਰ ਤੋਂ ਬਾਅਦ ਕੇਸ ਕੱਟੇ ਜਾਣੇ, ਮੂੰਹ ਕਾਲਾ ਕਰਨਾ, ਉਹ ਅਸਲ 'ਚ ਅਸੀਂ ਆਪਣੀ ਆਪ ਦਾ ਆਪਣਾ ਹੀ ਮੂੰਹ ਕਾਲਾ ਕੀਤਾ ਸੀ ਕਿ ਅਸੀਂ ਆਪਣੀ ਜਿਸ ਕੁੱਖ 'ਚੋਂ ਜੰਮੇ ਹਾਂ ਉਸੇ ਜ਼ਾਤ ਦੀ ਨਾ ਇਹ ਨਿਰਾਦਰ ਕਰਦੇ ਹਾਂ ਤੇ ਅਸੀਂ ਕੀ ਕਹਾਏ ਜਾਣੇ ਚਾਹੀਦੇ ਹਾਂ। ਮੇਰਾ ਖਿਆਲ ਮੈਨੂੰ ਉਹਦੇ ਸ਼ਬਦ ਵਰਤਣ ਦੀ ਲੋੜ ਨਹੀਂ ਹੈ। ਜੀ ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਇੱਕ ਸਿੱਖ ਦੀ ਧੀ, ਆਪਾਂ ਰੱਬ ਨਾ ਕਰੇ ਕਦੇ ਵੀ ਕਿਸੇ ਧੀ ਦੇ ਨਾਲ, ਕਿਸੇ ਭੈਣ ਦੇ ਨਾਲ ਬਲਾਤਕਾਰ ਹੋਵੇ ਅਸੀਂ ਕਦੇ ਨਹੀਂ ਚਾਹੁੰਦੇ, ਪਰ ਜੇ ਇਹੀ ਘਟਨਾ ਇੱਕ ਵੱਡੀ ਕਮਿਊਨਿਟੀ ਦੇ ਨਾਲ ਵਾਪਰੀ ਹੁੰਦੀ ਤਾਂ ਕੀ ਦੇਖਦੇ ਹੋ ਤੁਸੀਂ? ਇਸੇ ਤਰ੍ਹਾਂ ਦਾ ਮਾਹੌਲ ਹੁੰਦਾ, ਇਹੀ ਚੁੱਪੀ ਹੁੰਦੀ? ਬਿਲਕੁਲ ਵੀ ਨਹੀਂ, ਕਿਉਂਕਿ ਜੋ ਅਸੀਂ ਦੇਖ ਰਹੇ ਹਾਂ ਢੰਗ ਤਰੀਕੇ ਜੋ ਸਾਡੇ ਸਾਹਮਣੇ ਆ ਰਹੇ ਨੇ, ਕਿਵੇਂ ਵਿਤਕਰਾ ਪਾਇਆ ਜਾ ਰਿਹਾ ਹੈ ਜਾਤ ਪਾਤ ਦੇ ਨਾਲ ਵੀ ਤੇ ਧਰਮ ਦੇ ਆਧਾਰ 'ਤੇ ਜਿਸ ਤਰੀਕੇ ਵੰਡੀਆਂ ਪਾਈਆਂ ਜਾ ਰਹੀਆਂ ਨੇ, ਸਭ ਤੋਂ ਵੱਡਾ ਸ਼ਿਕਾਰ ਉਹਦੀ ਔਰਤ ਹੋ ਰਹੀ ਹੈ।
ਅਸੀਂ ਪਹਿਲਾਂ ਵੀ ਜਦੋਂ ਸਦੀਆਂ ਪਹਿਲਾਂ ਦੀ ਮੈਂ ਗੱਲ ਕਰ ਰਹੀ ਹਾਂ ਉਦੋਂ ਵੀ ਸ਼ਰਮਸਾਰ ਕਰਨ ਲਈ ਕਿਸੇ ਵੀ ਧੜੇ ਨੂੰ ਉਸ ਦੀ ਔਰਤ ਤੇ ਹੱਥ ਪਾਇਆ ਜਾਂਦਾ ਸੀ। ਅੱਜ ਵੀ ਉਹ ਕੁਝ ਉਸੇ ਤਰ੍ਹਾਂ ਜਾਰੀ ਹੈ। ਪਰ ਮੈਂ ਅੱਜ ਆਵਾਜ਼ ਆਪਣੇ ਵੀਰਾਂ ਜਾਂ ਭਰਾਵਾਂ ਦੇ ਜਾਂ ਪਿਤਾ ਆਪਣੇ ਜਾਂ ਪੁੱਤਰਾਂ ਤੇ ਨਹੀਂ ਚੁੱਕਣਾ ਚਾਹੁੰਦੀ। ਮੈਂ ਆਵਾਜ਼ ਚੁੱਕਣਾ ਚਾਹੁੰਦੀ ਹਾਂ ਆਪਣੀ ਹੀ ਜ਼ਾਤ ਤੇ ਕਿ ਅਸੀਂ ਕਿਹੋ ਜਿਹੇ ਪੁੱਤਰ ਜੰਮਣੇ ਸ਼ੁਰੂ ਕੀਤੇ ਨੇ, ਕਿਹੋ ਜਿਹੇ ਅਸੀਂ ਮਲੰਗ ਪੈਦਾ ਕਰਨ ਲੱਗ ਗਏ ਹਾਂ ਜੋ ਕਿ ਰਾਜੇ ਮਹਾਰਾਜੇ ਨਹੀਂ ਰਹੇ। ਉਹ ਸਿਰਫ ਔਰਤ ਦਾ ਚੀਰ ਹਰਨ ਹੀ ਕਰਨਾ ਜਾਣਦੇ ਨੇ, ਜਿਹੜੀ ਉਸੇ ਕੁੱਖ ਦਾ ਨਿਰਾਦਰ ਕਰਦੇ ਨੇ ਜਿੱਥੋਂ ਜੰਮੇ ਨੇ। ਪਰ ਉਹ ਔਰਤਾਂ ਕਿਉਂ ਚੁੱਪ ਨੇ? ਤੇ ਡਾਕਟਰ ਸਾਹਿਬ ਇਹਦੇ ਵਿੱਚ ਤਾਂ ਇੱਕ ਹੋਰ ਵੀ ਦੁਖਦਾਈ ਪੱਖ ਹੈ ਕਿ ਜਿਹੜੀ ਇਸ ਧੀ ਦੀ ਬੇਪਤੀ ਕੀਤੀ ਗਈ ਹੈ ਉਹਦੇ ਵਿੱਚ ਜ਼ਿਆਦਾ ਗਿਣਤੀ 'ਚ ਔਰਤਾਂ ਹੀ ਸ਼ਾਮਲ ਨੇ। ਇਹ ਤੋਂ ਵੱਡਾ ਸ਼ਰਮਨਾਕ ਕੀ ਹੋ ਸਕਦਾ? ਇਹ ਵੀ ਔਰਤਾਂ ਦਾ ਇੱਕ ਦੂਸਰਾ ਪੱਖ ਹੈ। ਬਿਲਕੁਲ, ਵੇਖੋ ਨਾ ਕਿਸ ਤਰੀਕੇ ਜੋ ਔਰਤ ਨੂੰ ਅਸੀਂ ਕਹਿੰਦੇ ਹਾਂ ਕਿ ਜਿਹਦਾ ਜੰਮਣ ਦੇ ਉੱਤੇ ਹੀ ਉਹਦਾ ਆਧਾਰ ਕੀਤਾ ਜਾਂਦਾ ਵੀ ਤੂੰ ਕੀ ਜਾਤ ਨਾਲ ਹੈ, ਕੀ ਪਾਤ ਨਾਲ ਹੈ, ਕੀ ਤੂੰ ਅਗਾਂਹ ਤੁਰਨਾ, ਕੀ ਤੇਰੀ ਸੋਚ ਹੈ, ਸਭ ਤੇ ਸ਼ਿਕੰਜਾ ਕੱਸਿਆ ਹੋਇਆ। ਪਰ ਕੀ ਇੰਨੀ ਗਿਰ ਗਈ ਇੱਕ ਆਪ ਔਰਤ ਵੀ ਕਿ ਉਹ ਆਪਣੀ ਜ਼ਾਤ ਦੀ ਦੇ ਉੱਤੇ ਹੁੰਦੇ ਇਹ ਨਿਰਾਦਰ ਦੇ ਲਈ ਵੀ ਆਵਾਜ਼ ਚੁੱਕਣੋਂ ਹਟ ਕੇ ਸਗੋਂ ਆਪ ਇੱਕ ਹਿੱਸੇਦਾਰ ਬਣ ਰਹੀ ਹੈ? ਤਾਂ ਫਿਰ ਇਸ ਤੋਂ ਵੱਧ ਨਿਗਾਰ ਦੀ ਗੱਲ ਕੀ ਕਰੀਏ? ਮੇਰਾ ਖਿਆਲ ਹੈ ਜੇ ਤੁਹਾਡੇ ਰਾਹੀਂ ਮੈਂ ਅੱਜ ਇੱਕ ਵੰਗਾਰ ਹੀ ਦੇਣਾ ਚਾਹੁੰਦੀ ਹਾਂ ਕਿ ਸਾਡੇ ਉੱਤੇ ਹੀ, ਕਿਉਂਕਿ ਸਾਡਾ ਹੀ ਇੱਕ ਹਿੱਸਾ ਹੈ। ਜੇ ਸਰੀਰ ਦੀ ਇੱਕ ਉਂਗਲ ਤੇ ਹੁੰਦੀ ਜੇ ਨਾ ਦਰਦ ਜਾਂ ਕਿਤੇ ਜ਼ਖਮ ਹੁੰਦਾ ਜੇ ਤਾਂ ਸਾਰੇ ਸਰੀਰ ਵਿੱਚ ਹੀ ਉਹ ਫੈਲ ਸਕਦਾ ਹੁੰਦਾ ਜ਼ਹਿਰ। ਸੋ ਅੱਜ ਜੋ ਇਹ ਜ਼ਹਿਰ ਫੈਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜੇ ਬਾਕੀ ਔਰਤਾਂ ਨਾ ਖੜੀਆਂ ਹੋਈਆਂ, ਨਾ ਦਮਦਾਰ ਆਵਾਜ਼ ਚੁੱਕੀ, ਇਹ ਯਕੀਨਨ ਅਗਲਾ ਹੱਲਾ ਸਾਡੇ ਤੇ ਹੋਣਾ ਹੈ, ਸਾਡੀ ਧੀ ਤੇ, ਸਾਡੀ ਭੈਣ ਤੇ। ਕਿਉਂ ਨਹੀਂ ਆਵਾਜ਼ ਚੁੱਕ ਸਕਦੇ? ਤੇ ਮੈਂ ਤੁਹਾਡੇ ਰਾਹੀਂ ਬੇਨਤੀ ਵੀ ਕਰਨਾ ਚਾਹੁੰਦੀ ਹਾਂ ਸਾਡੇ ਸਾਰੇ ਅਣਖ ਵਾਲੇ, ਜਾਗਦੀਆਂ ਜ਼ਮੀਰਾਂ ਵਾਲੇ ਵੀਰਾਂ ਲਈ ਵੀ, ਭਰਾਵਾਂ ਲਈ, ਭੈਣਾਂ ਦੇ ਇਸ ਤਰੀਕੇ ਦਾ ਜੋ ਜ਼ੁਲਮ ਹੋ ਰਿਹਾ ਜੇ ਉਹਦੇ ਲਈ ਇਕਜੁੱਟ ਹੋਈਏ, ਆਵਾਜ਼ ਚੁੱਕੀਏ। ਮੇਰੇ ਪਿਤਾ ਸਮਾਨ ਵੀ ਜਿੰਨੇ ਨੇ ਜ਼ਰੂਰ ਉੱਠਣ, ਸਾਡੇ ਪੁੱਤਰ ਵੀ ਜ਼ਰੂਰ ਉੱਠਣ। ਇਸ ਦੇ ਲਈ ਘੱਟੋ ਘੱਟ ਹਾਂ ਦਾ ਨਾਅਰਾ ਤਾਂ ਮਾਰੋ ਕਿ ਜ਼ੁਲਮ ਹੈ, ਇਹ ਨਹੀਂ ਹੋਣਾ ਚਾਹੀਦਾ। ਇਸ ਲਈ ਬਿਲਕੁਲ, ਔਰ ਸਾਡੇ ਸਾਹਮਣੇ ਇੱਕ ਐਗਜ਼ਾਮਪਲ ਸੈੱਟ ਕੀਤੀ ਕਿਸਾਨਾਂ ਨੇ ਕਿ ਜੇ ਕਿਸੇ ਮੁੱਦੇ ਨੂੰ ਲੈ ਕੇ ਤੁਸੀਂ ਲਗਾਤਾਰ ਬੈਠੇ ਰਹੋ, ਤੁਸੀਂ ਪ੍ਰੋਟੈਸਟ ਕਰਦੇ ਰਹੋ ਤਾਂ ਉਹਨਾਂ ਦਾ ਹੱਲ ਹੈ ਜਿਹੜਾ ਤੁਹਾਡੀਆਂ ਸਮੱਸਿਆਵਾਂ ਦਾ, ਉਹ ਸਰਕਾਰਾਂ ਨੂੰ ਕਰਨਾ ਹੀ ਪੈਂਦਾ। ਕਿਉਂਕਿ ਬਹੁਤ ਸਾਰੇ ਲੋਕ ਡਾਕਟਰ ਸਾਹਿਬ ਨਿਰਾਸ਼ ਵੀ ਹੋ ਜਾਂਦੇ ਨੇ ਕਿ ਆਖਿਰਕਾਰ ਕੀ ਕਰੀਏ, ਇਹ ਤਾਂ ਵਰਤਾਰਾ ਜਿਹੜਾ ਖਤਮ ਹੀ ਨਹੀਂ ਹੁੰਦਾ। ਪਰ ਜੇ ਸਾਰੀਆਂ ਬੀਬੀਆਂ, ਮੈਨੂੰ ਲੱਗਦਾ ਕਿ ਚੁੱਲ੍ਹਾ ਚੌਂਕਾ ਛੱਡ ਕੇ ਪੂਰੀ ਦੁਨੀਆ ਦੀਆਂ ਜਾਂ ਪੂਰੇ ਸਾਡੇ ਮੁਲਕ ਦੀਆਂ ਹੀ ਬਹਿ ਜਾਣ ਧਰਨੇ ਦੇ ਉੱਤੇ, ਤਾਂ ਸ਼ਾਇਦ ਇਸ ਜਦੋਂ ਭੁੱਖੇ ਮਰਨਗੇ ਬੰਦੇ ਤਾਂ ਇਹੋ ਜੀ ਜਿਹੜੀ ਲਾਹਨਤ ਹੈ ਉਸ ਨੂੰ ਰੋਕਿਆ ਜਾ ਸਕਦਾ ਹੈ। ਬਿਲਕੁਲ, ਦੇਖੋ ਨਾ ਅੱਧੀ ਆਬਾਦੀ ਆ, ਕਿਉਂ ਆਪਣੇ ਆਪ ਨੂੰ ਅਸੀਂ ਛੋਟਾ ਗਿਣਦੇ ਹਾਂ? ਗਿਣਤੀ ਬਹੁਤ ਭਾਰੀ ਹੈ। ਪਰ ਗੱਲ ਇਹ ਹੈ ਕਿ ਜੇ ਸਾਰੀ ਉਮਰ 14 ਵਰਿਆਂ ਦੀ ਉਦਾਸੀ ਲਾਉਂਦਿਆਂ ਸਾਡੇ ਬਾਬਾ ਨਾਨਕ ਜੀ ਨੇ ਇੱਕ ਵੱਖ ਇਤਿਹਾਸ ਉਦੋਂ ਸਿਰਜਿਆ ਜਿੱਥੋਂ ਖਾਲਸੇ ਦੀ ਅੱਗੋਂ ਆ ਕੇ ਨੀਂਹ ਧਰੀ ਗਈ 10ਵੇਂ ਗੁਰੂ ਨਾਨਕ ਤੋਂ, ਤਾਂ ਮੇਰਾ ਤਾਂ ਸਵਾਲ ਉਹੀ ਰਹਿਣਾ ਕਿ ਭਾਈ ਅਸੀਂ ਕਿਉਂ ਮਰ ਗਏ ਹਾਂ? ਉਹ ਜਾਗੀਏ, ਆਪਣੇ ਹੋਂਦ ਦਾ, ਆਪਣੇ ਜਿਉਂਦੇ ਹੋਣ ਦਾ ਅਹਿਸਾਸ ਤਾਂ ਕਰਵਾਈਏ, ਆਵਾਜ਼ ਹੀ ਚੁੱਕੀਏ ਤਾਂ ਕਿ ਅਸੀਂ ਘੱਟੋ ਘੱਟ ਉਹਦਾ ਹਿੱਸਾ ਨਹੀਂ ਬਣਾਂਗੇ ਕਿ ਜ਼ੁਲਮ ਹੁੰਦਾ ਵੇਖ ਕੇ ਚੁੱਪ ਹੋ ਜਾਈਏ, ਤਾਂ ਅਸੀਂ ਉਹਦਾ ਹਿੱਸਾ ਗਿਣੇ ਜਾਵਾਂਗੇ। ਅਸੀਂ ਘੱਟੋ ਘੱਟ ਆਜ਼ਾਦ ਹਸਤੀ ਤਾਂ ਖਵਾ ਦਈਏ, ਅਸੀਂ ਜ਼ਿੰਦਾ, ਅਸੀਂ ਇਹਦਾ ਵਿਰੋਧ ਕਰਦੇ ਹਾਂ। ਪਰ ਅੱਜ ਖਾਲਸ ਟੀਵੀ ਦੇਖਣ ਵਾਲੇ ਹਰ ਇੱਕ ਨੂੰ ਮੇਰੀ ਅਰਜ਼ੋਈ ਹੈ, ਬੇਨਤੀ ਹੈ, ਇੱਕ ਮਾਂ ਵਜੋਂ, ਇੱਕ ਭੈਣ ਵਜੋਂ, ਇੱਕ ਧੀ ਵਜੋਂ ਕਿ ਉੱਠੋ, ਆਓ ਆਵਾਜ਼ ਚੁੱਕੀਏ। ਅਸੀਂ ਹਸਤਾਖਰ ਮੁਹਿੰਮ ਹੀ ਕਰੀਏ ਸ਼ੁਰੂ। ਅਸੀਂ ਖਾਲਸ ਟੀਵੀ ਦੇ ਰਾਹੀਂ ਹੀ ਭਾਵੇਂ ਇਹ ਆਵਾਜ਼ ਪਹੁੰਚਾਉਣ ਦੀ ਕੋਸ਼ਿਸ਼ ਕਰੀਏ, ਪਰ ਆਪਣੇ ਜਿਉਂਦੇ ਹੋਣ ਦਾ ਸਬੂਤ ਦਈਏ ਕਿ ਇਹ ਸਾਡੀ ਮਾਂ ਦੀ ਜ਼ਾਤ ਵਾਲੀ ਨਾਲ ਜੋ ਇਹ ਜ਼ੁਲਮ ਹੋਇਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਸੇ ਹਾਲ ਵਿੱਚ। ਜੀ ਜੀ ਬਿਲਕੁਲ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇਸ ਬਹੁਤ ਅਹਿਮ ਮੁੱਦੇ ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਸੋ ਡਾਕਟਰ ਸਾਹਿਬ ਨੇ ਦੱਸਿਆ ਕਿ ਦਬਾਅ ਹੈ ਜਿਹੜਾ, ਪ੍ਰੋਟੈਸਟ ਹੈ, ਉਹ ਸਭ ਤੋਂ ਵਧੀਆ ਤਰੀਕਾ ਹੈ ਲੋਕਤੰਤਰ ਦੇ ਵਿੱਚ ਕਿ ਤੁਸੀਂ ਪ੍ਰੋਟੈਸਟ ਕਰੋ। ਇਲੈਕਸ਼ਨ ਦਾ ਵੀ ਟਾਈਮ ਹੈ 5 ਸੂਬਿਆਂ ਦੇ ਵਿੱਚ, ਦਿੱਲੀ ਤਾਂ ਰਾਜਧਾਨੀ ਹੈ, ਤੁਸੀਂ ਉੱਥੇ ਜਾ ਕੇ ਆਵਾਜ਼ ਚੁੱਕ ਸਕਦੇ ਹੋ। ਉਦੋਂ ਤੱਕ ਤੁਹਾਡੀ ਆਵਾਜ਼ ਬੁਲੰਦ ਰਹੇ ਜਦੋਂ ਤੱਕ ਇਨਸਾਫ ਨਹੀਂ ਮਿਲ ਜਾਂਦਾ। ਉਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਤਾਂ ਕਰ ਲਿਆ, ਪਰ ਉਹਨਾਂ ਦੇ ਲਈ ਇੱਕ ਮਿਸਾਲੀ ਸਜ਼ਾ ਹੋਵੇ, ਉਹਦੇ ਲਈ ਤੁਹਾਡੀ ਆਵਾਜ਼ ਹੈ ਜਿਹੜੀ ਉੱਚੀ ਹਾਕਮ ਦੇ ਕੰਨਾਂ ਤੱਕ ਪਹੁੰਚਣੀ ਚਾਹੀਦੀ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਖਾਸ ਰਿਪੋਰਟ।